ਵਾਰੀ ਜਦੋਂ ਅਸੀਂ ਕ੍ਰਿਸਮਸ ਦੇ ਦਿਨਾਂ ਦੇ ਵਿੱਚ ਸਾਨੂੰ ਚਰਚ ਦੇ ਵਿੱਚ ਬੁਲਾਇਆ ਜਾਂਦਾ ਤਾਂ ਇਹਨਾਂ ਦਿਨਾਂ ਦੇ ਵਿੱਚ ਅਸੀਂ ਕ੍ਰਿਸਮਸ ਦਾ ਡਰਾਮਾ ਦੇਖਦੇ ਹਾਂ ਕਿ ਕਿਸ ਤਰ੍ਹਾਂ ਪ੍ਰਭੂ ਯਿਸੂ ਇਸ ਦੁਨੀਆ ਦੇ ਉੱਤੇ ਆਇਆ, ਕਿਸ ਤਰ੍ਹਾਂ ਪ੍ਰਭੂ ਯਿਸੂ ਨੇ ਉਸ ਨੂੰ ਮਿਲਣ ਦੂਰੋਂ ਮਾਯੂਸੀ ਆਏ, ਵਾਈਜ਼ ਮੈਨ ਆਏ, ਕਿਸ ਤਰ੍ਹਾਂ ਪ੍ਰਭੂ ਯਿਸੂ ਨੂੰ ਉਹਨਾਂ ਨੇ ਗਿਫਟ ਭੇਂਟ ਕੀਤੇ। ਤਾਰੇ ਦੀ ਅਸੀਂ ਪਿਕਚਰ ਦੇਖਦੇ ਹਾਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖਦੇ ਹਾਂ ਔਰ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਅਸੀਂ ਇੱਕ ਦੂਜੇ ਨੂੰ ਵਿਸ਼ ਕਰਦੇ ਹਾਂ, ਮੈਰੀ ਕ੍ਰਿਸਮਸ, ਕ੍ਰਿਸਮਸ ਦੀ ਵਧਾਈ ਦਿੰਦੇ ਹਾਂ। ਈਵਨ ਜਿਹੜੇ ਪ੍ਰਭੂ ਯਿਸੂ ਨੂੰ ਮੰਨਦੇ ਵੀ ਨਹੀਂ, ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਜਾਣਦੇ ਵੀ ਨਹੀਂ, ਉਹ ਵੀ ਇਹਨਾਂ ਦਿਨਾਂ ਦੇ ਵਿੱਚ ਕ੍ਰਿਸਮਸ ਦੀ ਵਧਾਈ ਦਿੰਦੇ ਆ। ਪਰ ਕੀ ਸੱਚਮੁੱਚ ਕ੍ਰਿਸਮਸ ਦੀ ਜਿਹੜੀ ਅਸਲੀ ਵਧਾਈ ਹੈ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਹੈ ਕਿ ਨਹੀਂ? ਪ੍ਰਭੂ ਯਿਸੂ ਕੌਣ ਸੀ ਔਰ ਉਹ ਇਸ ਧਰਤੀ ਤੇ ਕਿਉਂ ਆਇਆ? ਉਸਦੇ ਆਉਣ ਦਾ ਕਾਰਨ ਕੀ ਸੀ? ਜਦ ਤੱਕ ਸਾਨੂੰ ਇਸ ਚੀਜ਼ ਦੇ ਬਾਰੇ ਨਹੀਂ ਪਤਾ ਤਾਂ ਅਸੀਂ ਜਿੰਨਾ ਮਰਜ਼ੀ ਇੱਕ ਦੂਸਰੇ ਨੂੰ ਕ੍ਰਿਸਮਸ ਦੀ ਵਧਾਈ ਦੇਈ ਜਾਈਏ, ਇਸ ਦਾ ਕੋਈ ਮਤਲਬ ਨਹੀਂ। ਕਿਉਂਕਿ ਜਦ ਤੱਕ ਕੋਈ ਚੀਜ਼ ਮੇਰੀ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ, ਮੇਰੇ ਆਪਣੇ ਕੋਲ ਨਹੀਂ, ਉਨੀ ਦੇਰ ਤੱਕ ਉਸ ਦੇ ਬਾਰੇ ਮੈਂ ਜਿੰਨਾ ਮਰਜ਼ੀ ਗੱਲਾਂ ਕਰੀ ਜਾਵਾਂ ਉਸ ਦਾ ਕੋਈ ਫਾਇਦਾ ਨਹੀਂ। ਅਗਰ ਹਿੰਦੁਸਤਾਨ ਦੇ ਵਿੱਚ ਕੋਈ ਇਨਸਾਨ ਬੈਠਾ ਔਰ ਉਹ ਕੈਂਸਰ ਦੇ ਨਾਲ ਪੀੜਤ ਆ, ਉਸ ਦਾ ਖੂਨ ਕੈਂਸਰ ਦੇ ਨਾਲ ਭਰਿਆ ਪਿਆ, ਉਸ ਨੂੰ ਬਲੱਡ ਕੈਂਸਰ ਆ, ਔਰ ਉਸ ਨੂੰ ਦੱਸ ਦਿੱਤਾ ਜਾਵੇ ਕਿ ਅਮਰੀਕਾ ਦੇ ਵਿੱਚ ਇੰਜੈਕਸ਼ਨ ਮਿਲਦਾ ਜਿਸ ਦੇ ਨਾਲ ਤੂੰ ਠੀਕ ਹੋ ਜਾਏਗਾ, ਪਰ ਅਗਰ ਉਸ ਨੂੰ ਉਹ ਇੰਜੈਕਸ਼ਨ ਉਸ ਤੱਕ ਪਹੁੰਚਾ ਹੀ ਨਹੀਂ, ਉਸ ਤੱਕ ਪਹੁੰਚ ਹੀ ਨਹੀਂ ਰਿਹਾ, ਤੇ ਵੀ ਉਸ ਇਜਾਦ ਹੋਏ ਇੰਜੈਕਸ਼ਨ ਦਾ ਉਸ ਨੂੰ ਕੀ ਫਾਇਦਾ? ਉਸ ਦੇ ਲਈ ਤਾਂ ਜਿਹਾ ਹੋਇਆ ਜਿਹਾ ਨਹੀਂ ਹੋਇਆ। ਜਿੰਨਾ ਮਰਜ਼ੀ ਉਸ ਇੰਜੈਕਸ਼ਨ ਦੀ ਫੋਟੋ ਦੇਖ ਕੇ ਉਹ ਖੁਸ਼ੀ ਮਨਾਉਂਦਾ ਰਹੇ, ਜਿੰਨਾ ਮਰਜ਼ੀ ਉਸ ਦੇ ਬਾਰੇ ਪੜ੍ਹ ਕੇ ਖੁਸ਼ੀ ਮਨਾਉਂਦਾ ਰਹੇ, ਪਰ ਜਦ ਤੱਕ ਉਸ ਨੂੰ ਉਹ ਮਿਲਿਆ ਨਹੀਂ, ਉਸ ਦੇ ਸਰੀਰ ਦੇ ਅੰਦਰ ਨਹੀਂ ਗਿਆ, ਉਸ ਨੂੰ ਉਸ ਦਾ ਕੀ ਫਾਇਦਾ? ਉਸ ਦੇ ਲਈ ਉਹ ਕਾਹਦੀ ਖੁਸ਼ੀ ਹੈ? ਅੱਜ ਦੇ ਇਸ ਸਮੇਂ ਦੇ ਵਿੱਚ ਮੈਂ ਵਚਨ ਦੇ ਜਿਹੜੇ ਹਿੱਸੇ ਤੁਹਾਡੇ ਨਾਲ ਪੜ੍ਹੂੰਗਾ ਉਸ ਦੇ ਵਿੱਚ ਅਸੀਂ ਇਹ ਦੇਖਾਂਗੇ ਕਿ ਪ੍ਰਭੂ ਯਿਸੂ ਹੈ ਕੌਣ, who he is really, why he came, and what is the purpose behind it. And the next question, do you have him in your life? ਜਿਸ ਵੇਲੇ ਅਸੀਂ ਪ੍ਰਭੂ ਦਾ ਵਚਨ ਪੜ੍ਹਦੇ ਹਾਂ ਤੇ ਜਿਹੜੇ ਹਿੱਸੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਇਹ ਅਸੀਂ ਪਿਛਲੇ 5 ਹਫ਼ਤਿਆਂ ਦੇ ਵਿੱਚ ਦੇਖੇ ਆ। ਅਸੀਂ ਆਪਣੀ ਰੈਗੂਲਰ ਚਰਚ ਸਾਡੀ 10:30 ਵਜੇ ਇਸੇ ਹੀ ਬਿਲਡਿੰਗ ਦੇ ਵਿੱਚ ਥੱਲੇ ਦੂਸਰੇ ਪਾਸੇ ਲੱਗਦੀ ਆ, ਉਸ ਦੇ ਵਿੱਚ ਅਸੀਂ ਹਰੇਕ ਸੰਡੇ ਪ੍ਰਭੂ ਦਾ ਵਚਨ ਦੇਖਦੇ ਹਾਂ। ਔਰ ਜਿਹੜੇ ਹਿੱਸੇ ਮੈਂ ਤੁਹਾਡੇ ਨਾਲ ਬੜੇ ਸੰਯੁਕਤ, ਬੜੇ ਛੋਟਾ ਕਰਕੇ ਸ਼ੇਅਰ ਕਰਨ ਜਾ ਰਿਹਾ, ਇਹ ਪਿਛਲੇ 5 ਹਫ਼ਤਿਆਂ ਦੇ ਵਿੱਚ ਅਸੀਂ ਦੇਖਿਆ। ਸਭ ਤੋਂ ਪਹਿਲਾਂ ਅਸੀਂ ਇਹ ਦੇਖਿਆ ਕਿ ਕਰਤਾ ਪੁਰਖ ਨੇ ਇਹ ਸਾਰੀ ਧਰਤੀ ਆਪਣੇ ਸ਼ਬਦ ਦੇ ਦੁਆਰਾ ਰਚੀ। ਸ਼ਬਦੋਂ ਧਰਤੀ, ਸ਼ਬਦ ਆਕਾਸ਼। ਆਪਣੇ ਸ਼ਬਦ ਦੇ ਨਾਲ ਉਸਨੇ ਇਹ ਧਰਤੀ ਰਚੀ, ਆਪਣੇ ਸ਼ਬਦ ਦੇ ਨਾਲ ਜਿਹੜੀਆਂ ਚੀਜ਼ਾਂ ਸਾਡੀਆਂ ਅੱਖਾਂ ਦੇਖ ਸਕਦੀਆਂ ਉਸਨੇ ਸਭ ਰਚੀਆਂ।
ਔਰ ਵਚਨ ਦੇ ਵਿੱਚ ਵੀ ਇਸ ਤਰ੍ਹਾਂ ਲਿਖਿਆ ਕਿ ਸ੍ਰਿਸ਼ਟੀ ਦੇ ਰਚੇ ਜਾਣ ਤੋਂ ਪਹਿਲਾਂ ਸ਼ਬਦ ਸੀ, ਉਹ ਸ਼ਬਦ ਪਰਮੇਸ਼ਵਰ ਦੇ ਨਾਲ ਸੀ, ਜੋ ਪਰਮੇਸ਼ਵਰ ਸੀ ਉਹੀ ਸ਼ਬਦ ਸੀ, ਉਹ ਸ਼ੁਰੂ ਤੋਂ ਪਰਮੇਸ਼ਵਰ ਨਾਲ ਸੀ। ਸਭ ਚੀਜ਼ਾਂ ਦੀ ਰਚਨਾ ਪਰਮੇਸ਼ਵਰ ਨੇ ਉਸ ਦੇ ਰਾਹੀਂ ਕੀਤੀ। ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਉਸ ਤੋਂ ਬਿਨਾਂ ਨਹੀਂ ਰਚੀ ਗਈ। ਯਾਨੀ ਕਿ ਪਰਮੇਸ਼ਵਰ ਨੇ ਆਪਣੇ ਸ਼ਬਦ ਦੇ ਨਾਲ ਹਰ ਇੱਕ ਚੀਜ਼ ਦੀ ਰਚਨਾ ਕੀਤੀ। ਉਹ ਸੰਸਾਰ ਦੇ ਵਿੱਚ ਸੀ, ਪਰਮੇਸ਼ਵਰ ਨੇ ਸਾਰਾ ਸੰਸਾਰ ਉਸ ਦੇ ਦੁਆਰਾ ਰਚਿਆ, ਪਰ ਫਿਰ ਵੀ ਸੰਸਾਰ ਨੇ ਉਸ ਨੂੰ ਨਾ ਜਾਣਿਆ। ਉਹ ਆਪਣੇ ਘਰ ਆਇਆ, ਪਰ ਉਸਦੇ ਆਪਣੇ ਲੋਕਾਂ ਨੇ ਹੀ ਉਸ ਨੂੰ ਸਵੀਕਾਰ ਨਾ ਕੀਤਾ, ਉਸ ਉੱਤੇ ਵਿਸ਼ਵਾਸ ਨਾ ਕੀਤਾ। ਪਰ ਜਿਨ੍ਹਾਂ ਨੇ ਉਸ ਨੂੰ ਸਵੀਕਾਰ ਕੀਤਾ ਤੇ ਉਸ ਉੱਤੇ ਵਿਸ਼ਵਾਸ ਕੀਤਾ, ਉਹਨਾਂ ਨੂੰ ਉਸਨੇ ਪਰਮੇਸ਼ਵਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ। ਉਹਨਾਂ ਦਾ ਜਨਮ ਨਾ ਲਹੂ ਤੋਂ, ਨਾ ਸਰੀਰਕ ਇੱਛਾ ਤੋਂ, ਅਤੇ ਨਾ ਹੀ ਆਦਮੀ ਦੀ ਇੱਛਾ ਤੋਂ ਹੋਇਆ, ਪਰ ਪਰਮੇਸ਼ਵਰ ਦੀ ਆਪਣੀ ਇੱਛਾ ਦੇ ਨਾਲ ਉਹ ਪਰਮੇਸ਼ਵਰ ਦੀ ਸੰਤਾਨ ਬਣੇ। ਔਰ ਜਿਸ ਵੇਲੇ ਅਸੀਂ ਪ੍ਰਭੂ ਦੇ ਸ਼ਬਦ ਦੇ ਵਿੱਚੋਂ ਦੇਖਦੇ ਹਾਂ ਤੇ ਲਿਖਿਆ ਕਿ ਸ਼ਬਦ ਮਨੁੱਖ ਬਣਿਆ ਔਰ ਉਹ ਸਾਡੇ ਵਿੱਚ ਰਿਹਾ। ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਅੱਗੇ ਦੇਖਦੇ ਹਾਂ ਤਾਂ ਉਸ ਦੇ ਬਾਰੇ ਇਸ ਤਰ੍ਹਾਂ ਲਿਖਿਆ ਗਿਆ ਕਿ ਉਹ ਆਦਿ ਤੋਂ ਪਰਮੇਸ਼ਵਰ ਦਾ ਸਰੂਪ ਸੀ, ਪਰ ਫਿਰ ਵੀ ਉਸਨੇ ਆਪਣੇ ਆਪ ਨੂੰ ਬਲਪੂਰਵਕ ਪਰਮੇਸ਼ਵਰ ਦੇ ਬਰਾਬਰ ਨਹੀਂ ਰੱਖਿਆ, ਸਗੋਂ ਉਸ ਦੀ ਥਾਂ ਆਪਣੇ ਆਪ ਨੂੰ ਖਾਲੀ ਕਰਕੇ ਇੱਕ ਦਾਸ ਦਾ ਰੂਪ ਧਾਰ ਲਿਆ ਅਤੇ ਪੂਰਨ ਮਨੁੱਖ ਬਣ ਕੇ ਪ੍ਰਗਟ ਹੋਇਆ। ਉਸਨੇ ਆਪਣੇ ਆਪ ਨੂੰ ਨਮਰ ਕੀਤਾ ਅਤੇ ਪੂਰਨ ਮਨੁੱਖ ਬਣ ਕੇ ਆਇਆ। ਉਸਨੇ ਆਪਣੇ ਆਪ ਨੂੰ ਨਮਰ ਕੀਤਾ ਅਤੇ ਮੌਤ ਤੱਕ ਆਗਿਆਕਾਰੀ ਰਿਹਾ, ਇੱਥੋਂ ਤੱਕ ਕਿ ਸਲੀਬੀ ਮੌਤ ਤੱਕ। ਪ੍ਰਭੂ ਦੇ ਵਚਨ ਦੇ ਵਿੱਚ ਜਿਸ ਲਈ ਅਸੀਂ ਅੱਗੇ ਜਾਂਦੇ ਹਾਂ ਤੇ ਉੱਥੇ ਸਾਨੂੰ ਇਹ ਪਤਾ ਲੱਗਦਾ ਕਿ ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ ਕਿ ਉਹਨਾਂ ਦੀ ਮਾਤਾ ਮਰੀਅਮ ਦੀ ਮੰਗਣੀ ਯੂਸਫ ਦੇ ਨਾਲ ਹੋਈ ਸੀ, ਪਰ ਮਰੀਅਮ ਅਤੇ ਯੂਸਫ ਦਾ ਵਿਆਹ ਤੋਂ ਪਹਿਲਾਂ ਹੀ ਮਰੀਅਮ ਨੇ ਆਪਣੇ ਆਪ ਨੂੰ ਪਵਿੱਤਰ ਆਤਮਾ ਦੁਆਰਾ ਗਰਭਵਤੀ ਹੋਇਆ ਅਨੁਭਵ ਕੀਤਾ। ਯੂਸਫ ਜਿਸ ਦੇ ਨਾਲ ਉਸ ਦੀ ਮੰਗਣੀ ਹੋਈ ਸੀ, ਇੱਕ ਇਨਸਾਫ ਪਸੰਦ ਆਦਮੀ ਸੀ। ਉਹ ਮਰੀਅਮ ਨੂੰ ਖੁੱਲ੍ਹੇਆਮ ਬੇਇੱਜ਼ਤ ਕਰਨਾ ਨਹੀਂ ਚਾਹੁੰਦਾ ਸੀ, ਇਸ ਲਈ ਉਸਨੇ ਚੁੱਪਚਾਪ ਮੰਗਣੀ ਤੋੜਨ ਦਾ ਵਿਚਾਰ ਕੀਤਾ। ਪਰ ਅਜੇ ਉਹ ਇਸ ਮਾਮਲੇ ਬਾਰੇ ਵਿਚਾਰ ਹੀ ਕਰ ਰਿਹਾ ਸੀ ਕਿ ਪ੍ਰਭੂ ਦੇ ਇੱਕ ਸਵਰਗਦੂਤ ਨੇ ਉਸ ਨੂੰ ਸੁਪਨੇ ਦੇ ਵਿੱਚ ਦਰਸ਼ਨ ਦੇ ਕੇ ਕਿਹਾ, ਯੂਸਫ ਦਾਊਦ ਦੀ ਸੰਤਾਨ ਮਰੀਅਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ, ਕਿਉਂਕਿ ਜੋ ਕੁਝ ਉਸਦੇ ਗਰਭ ਵਿੱਚ ਹੈ ਪਵਿੱਤਰ ਆਤਮਾ ਵੱਲੋਂ ਹੈ। ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ, ਤੂੰ ਉਸਦਾ ਨਾਂ ਯਸੂ ਰੱਖਣਾ, ਕਿਉਂਕਿ ਉਹ ਆਪਣੇ ਲੋਕਾਂ ਨੂੰ ਪਾਪਾਂ ਤੋਂ ਬਚਾਵੇਗਾ। ਇਹ ਸਭ ਇਸ ਲਈ ਹੋਇਆ ਕਿ ਪ੍ਰਭੂ ਦੇ ਨਬੀ ਦੇ ਦੁਆਰਾ ਕਿਹਾ ਹੋਇਆ ਵਚਨ ਪੂਰਾ ਹੋਵੇ। ਇੱਕ ਕੁਆਰੀ ਗਰਭਵਤੀ ਹੋਵੇਗੀ, ਪੁੱਤਰ ਨੂੰ ਜਨਮ ਦੇਵੇਗੀ, ਉਸਦਾ ਨਾਂ ਇਮੈਨੂਅਲ ਰੱਖਿਆ ਜਾਵੇਗਾ, ਜਿਸ ਦਾ ਅਰਥ ਹੈ ਪਰਮੇਸ਼ਵਰ ਸਾਡੇ ਨਾਲ। ਯਸੂ ਦਾ ਜਨਮ ਯਹੂਦਾ ਦੇਸ਼ ਦੇ ਇੱਕ ਨਗਰ ਬੈਤਲਹਮ ਦੇ ਵਿੱਚ ਹੋਇਆ। ਅਸੀਂ ਜਿਸ ਵੇਲੇ ਪ੍ਰਭੂ ਦਾ ਵਚਨ ਦੇਖਦੇ ਪਏ ਹਾਂ ਤੇ ਅਸੀਂ ਕਿਸੇ ਨਬੀ ਦਾ ਜਨਮ ਨਹੀਂ ਦੇਖਦੇ ਪਏ। ਪ੍ਰਭੂ ਦਾ ਸ਼ੁਕਰ ਆ ਸਾਰਿਆਂ ਨਬੀਆਂ ਦੇ ਲਈ। ਅਸੀਂ ਕਿਸੇ ਗੁਰੂ ਦਾ ਜਨਮ ਹੁੰਦਾ ਨਹੀਂ ਦੇਖਦੇ ਪਏ। ਪ੍ਰਭੂ ਦਾ ਸ਼ੁਕਰ ਆ ਸਾਰੇ ਗੁਰੂਆਂ ਦੇ ਲਈ। ਅਸੀਂ ਕਿਸੇ ਸਾਧ ਦਾ ਜਾਂ ਕਿਸੇ ਸੰਤ ਦਾ ਜਨਮ ਹੁੰਦਾ ਨਹੀਂ ਦੇਖਦੇ ਪਏ। ਔਰ ਪ੍ਰਭੂ ਦਾ ਸ਼ੁਕਰ ਆ ਹਰ ਇੱਕ ਸਾਧੂ ਦੇ ਲਈ ਔਰ ਹਰ ਇੱਕ ਸੰਤ ਦੇ ਲਈ। ਅਸੀਂ ਇੱਕ ਐਸੇ ਮਨੁੱਖ ਦਾ ਜਨਮ ਹੁੰਦਾ ਦੇਖਦੇ ਪਏ ਹਾਂ ਜਿਸ ਨੇ ਆਪਣੇ ਆਪ ਨੂੰ ਮਨੁੱਖ ਬਣਾਇਆ। ਉਹ ਸ਼ਬਦ ਜੋ ਸਾਨੂੰ ਧਰਮ ਗ੍ਰੰਥਾਂ ਦੇ ਵਿੱਚ ਮਿਲੇ,
ਜੋ ਸਾਨੂੰ ਵੇਦਾਂ ਦੇ ਵਿੱਚ ਮਿਲੇ ਔਰ ਹੋਰ ਪਵਿੱਤਰ ਪੁਸਤਕਾਂ ਦੇ ਵਿੱਚ ਮਿਲੇ, ਜਿਹੜੇ ਪ੍ਰਭੂ ਦੇ ਮੂੰਹ ਦੇ ਰਾਹੀਂ ਉਚਰੇ ਹੋਏ ਸ਼ਬਦ ਸੀ, ਉਹ ਸ਼ਬਦ ਕਿਤਾਬਾਂ ਦੇ ਵਿੱਚ ਬੰਦ ਨਹੀਂ ਰਹੇ, ਪਰ ਉਹ ਸ਼ਬਦ ਦੇਹਧਾਰੀ ਹੋ ਕੇ ਸਾਡੇ ਵਿੱਚ ਆਇਆ। ਸ਼ਬਦ ਆਪ ਆਪਣੇ ਆਲੇ ਦੁਆਲੇ ਕੱਪੜਾ ਲਪੇਟ ਕੇ, ਮਾਸ ਲਪੇਟ ਕੇ ਸਾਡੇ ਆਲੇ ਦੁਆਲੇ ਆਇਆ। ਪਰ ਉਹ ਕਿਉਂ ਆਇਆ? ਕਿਉਂ ਆਇਆ? ਇਸ ਬੱਚੇ ਦੇ ਰੂਪ ਦੇ ਵਿੱਚ ਉਹ ਜ਼ਰੂਰ ਆਇਆ, ਲੇਕਿਨ ਅਗਰ ਦੇਖਿਆ ਜਾਵੇ ਤੇ ਇੱਥੇ ਜਿਹੜੀ ਚੀਜ਼ ਦਿਖਾਈ ਗਈ ਆ, ਇੱਕ ਗਰੀਬੀ ਦਿਖਾਈ ਗਈ ਆ। ਜਿਸ ਵੇਲੇ ਅਸੀਂ ਪ੍ਰਭੂ ਦਾ ਵਚਨ ਪੜ੍ਹਦੇ ਹਾਂ ਤੇ ਉੱਥੇ ਪ੍ਰਭੂ ਯਿਸੂ ਮਸੀਹ ਦੇ ਸਾਰੀ ਦੀ ਸਾਰੀ ਲਿਨੀਅਜ ਦੱਸੀ ਗਈ ਆ ਕਿ ਉਹ ਕੌਣ ਸੀ। ਉਸਦੇ ਬਜ਼ੁਰਗਾਂ ਦਾ ਸਾਰਿਆਂ ਦਾ ਨਾਮ, ਮਾਤਾ ਮਰੀਅਮ ਦੇ ਸਾਰੇ ਬਜ਼ੁਰਗਾਂ ਦਾ ਨਾਮ ਦੱਸਿਆ ਗਿਆ ਕਿ ਉਹ ਕੌਣ ਸੀ। ਉਹ ਰਾਜਸੀ ਖਾਨਦਾਨ ਦੇ ਵਿੱਚੋਂ ਸੀ। ਪਰ ਜਿਸ ਵੇਲੇ ਉਹ ਸਮਾਂ ਆ ਗਿਆ ਤੇ ਉਸ ਵੇਲੇ ਰੋਮ ਦਾ ਰਾਜ ਸੀ ਔਰ ਉਹਨਾਂ ਦੇ ਕੋਲ ਰਾਜ ਨਹੀਂ ਸੀ। ਜਿਸ ਵੇਲੇ ਇਹ ਮਾਯੂਸੀ, ਜਿਨ੍ਹਾਂ ਦੀ ਅਸੀਂ ਊਂਠਾਂ ਦੇ ਉੱਤੇ ਤਸਵੀਰ ਦੇਖਦੇ ਹਾਂ ਕਈ ਵਾਰ, ਤਾਰਿਆਂ ਦਾ ਗਿਆਨ ਰੱਖਣ ਵਾਲੇ ਸਾਡੀ ਧਰਤੀ ਤੋਂ ਜਿਸ ਵੇਲੇ ਦੇਖਣ ਉਸ ਨੂੰ ਗਏ ਆ, ਜਿੱਥੋਂ ਅਸੀਂ ਆਏ ਆ, ਤਾਂ ਉਹ ਰਾਜੇ ਦੇ ਘਰ ਗਏ ਆ ਔਰ ਉਹ ਠੀਕ ਸੀਗੇ ਜਿਸ ਲਈ ਉਹ ਰਾਜੇ ਦੇ ਘਰ ਗਏ ਆ, ਕਿਉਂਕਿ ਰਾਜ ਦਾ ਅਸਲੀ ਹੱਕਦਾਰ ਯਿਸੂ ਦਾ ਪਰਿਵਾਰ ਸੀ। ਪਰ ਉਸ ਵੇਲੇ ਰਾਜ ਨਹੀਂ ਸੀ ਉਹਨਾਂ ਦੇ ਕੋਲ। ਪਰ ਅਗਰ ਰਾਜੇ ਦੇ ਘਰ ਉਹ ਪੈਦਾ ਹੁੰਦੇ ਤੇ ਉੱਥੇ ਸਿਰਫ ਰਾਜਸੀ ਲੋਕ ਹੀ ਜਾ ਸਕਦੇ ਸੀ, ਹੋਰ ਕੋਈ ਨਹੀਂ ਸੀ ਜਾ ਸਕਦਾ। ਪਰ ਪ੍ਰਭੂ ਇੱਕ ਐਸੀ ਜਗ੍ਹਾ ਤੇ ਪੈਦਾ ਹੋਇਆ ਜਿੱਥੋਂ ਗਰੀਬ ਤੋਂ ਗਰੀਬ ਜਾ ਸਕਦਾ ਸੀ। ਪ੍ਰਭੂ ਦਾ ਵਚਨ ਦੱਸਦਾ ਕਿ ਫਰਿਸ਼ਤੇ ਸਵਰਗ ਤੋਂ ਉਸ ਨੂੰ ਦੇਖਣ ਆਏ। ਅਸੀਂ ਸਵਰਗ ਦੀ ਗੱਲ ਕੀਤੀ, ਆ ਕੇ ਦੱਸਿਆ ਉਹਨਾਂ ਨੂੰ, ਚਰਵਾਹਿਆਂ ਨੂੰ, ਵਿਚ ਆਰ ਦੀ ਲੋਐਸਟ ਪੋਜੀਸ਼ਨ। ਚਰਵਾਹੇ ਇੱਕ ਐਸੇ ਲੋਕ ਹੁੰਦੇ ਸੀਗੇ ਜਿਨ੍ਹਾਂ ਦੀ ਗਵਾਹੀ ਵੀ ਅਦਾਲਤ ਦੇ ਵਿੱਚ ਮੰਨੀ ਨਹੀਂ ਸੀ ਜਾਂਦੀ। ਉਹਨਾਂ ਦਾ ਦਰਜਾ ਇੰਨਾ ਨੀਵਾਂ ਹੁੰਦਾ ਸੀ। ਸੋ ਪ੍ਰਭੂ ਯਿਸੂ ਉੱਥੇ ਪੈਦਾ ਹੋਏ ਆ, ਉਸ ਜਗ੍ਹਾ ਤੇ ਪੈਦਾ ਹੋਏ ਆ ਜਿੱਥੇ ਗਰੀਬ ਤੋਂ ਗਰੀਬ ਵੀ ਜਾ ਸਕਦਾ ਔਰ ਜਿੱਥੇ ਸਵਰਗ ਦੇ ਫਰਿਸ਼ਤੇ ਵੀ ਗਏ ਹੋ, ਔਰ ਜਿੱਥੇ ਅੰਬਰ ਰੁਕਿਆ ਆ, ਤਾਰਾ ਰੁਕਿਆ ਆ, ਉਹ ਵੀ ਉਸ ਨੂੰ ਦੇਖਦਾ ਪਿਆ ਕਿ ਉਹ ਕੌਣ। ਔਰ ਵਚਨ ਕਹਿੰਦਾ ਕਿ ਤੇਰੇ ਪਾਪਾਂ ਨੂੰ ਤੋਂ ਤੈਨੂੰ ਛੁਟਕਾਰਾ ਦੇਏਗਾ। ਇਸ ਲੋਥ ਦੇ ਉੱਤੇ ਇੱਕ ਲੋਥ ਅਸੀਂ ਹੋਰ ਚੁੱਕੀ ਫਿਰਦੇ ਹਾਂ। ਇਸ ਸਰੀਰ ਦੇ ਪਿੱਛੇ ਇੱਕ ਹੋਰ ਸਰੀਰ ਅਸੀਂ ਚੁੱਕੀ ਫਿਰਦੇ ਹਾਂ, which is full of sin, ਜੋ ਪਾਪ ਦੇ ਨਾਲ ਲੱਦਿਆ ਪਿਆ, ਜੋ ਕੀੜਿਆਂ ਦੇ ਨਾਲ ਭਰਿਆ ਪਿਆ, ਜਿਸ ਨੂੰ ਕੋਈ ਨਹੀਂ ਲਾਏਗਾ। ਗਿਆਨ ਜਿੰਨਾ ਤੁਸੀਂ ਪ੍ਰਾਪਤ ਕਰੋਗੇ, ਗਿਆਨ ਦੱਸੇਗਾ ਤੂੰ ਕਿੰਨਾ ਕੋੜੀ ਆ। ਗਿਆਨ ਦੱਸੇਗਾ ਕਿ ਤੂੰ ਕਿੰਨਾ ਬਦਬੂ ਮਾਰਦਾ, ਤੂੰ ਕਿੰਨਾ ਕੀੜਿਆਂ ਦੇ ਨਾਲ ਭਰਿਆ ਪਿਆ। ਗਿਆਨ ਕਦੀ ਕਿਸੇ ਨੂੰ ਮੁਕਤੀ ਨਹੀਂ ਦਿੰਦਾ। It never gives salvation. ਗਿਆਨ ਸਿਰਫ ਦੱਸਦਾ ਆ ਕਿ ਤੂੰ ਪਾਪੀ ਆ। ਗਿਆਨ ਛੁਟਕਾਰਾ ਨਹੀਂ ਦਿੰਦਾ। ਛੁਟਕਾਰਾ ਇਸ ਯਿਸੂ ਦੇ ਵਿੱਚ ਆਇਆ ਜੋ ਬੈਤਲਹਮ ਦੇ ਵਿੱਚ ਪੈਦਾ ਹੋਇਆ। ਅਸੀਂ ਹਮੇਸ਼ਾ ਸੋਚਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਗੋਰੇ ਸਾਨੂੰ ਆਪਣੇ ਗਾਡ ਬਾਰੇ ਦੱਸਣ ਆਉਂਦੇ ਆ।
The white people, especially in the days of the Christmas, they just try to tell us about their God. No, he was not their God. ਤੁਹਾਨੂੰ ਪਤਾ, ਅਗਰ ਜਿਸ ਧਰਤੀ ਤੋਂ ਅਸੀਂ ਆਏ ਹਾਂ, ਉੱਥੋਂ ਬੈਠ ਕੇ ਅਗਰ ਸਿੱਧੀ ਲਾਈਨ ਖਿੱਚ ਲਈ ਜਾਵੇ ਜਿੱਥੇ ਬੈਤਲਹਮ ਆ, ਤੇ ਸਿਰਫ 450 ਮੀਲ ਸਾਡੇ ਤੋਂ ਦੂਰ ਆ। ਯਿਸੂ ਮਸੀਹ ਜਿੱਥੋਂ ਅਸੀਂ ਆਏ ਆ ਉੱਥੇ ਪੈਦਾ ਹੋਇਆ। ਉਸਦਾ ਰੰਗ ਜਿੱਦਾਂ ਦਾ ਸਾਡਾ ਆ, ਏਦਾਂ ਦਾ ਉਸਦਾ ਰੰਗ ਆ। ਉਸਦੀ ਬੋਲੀ ਦੇ ਵਿੱਚ ਬਹੁਤ ਸਾਰੇ ਅੱਖਰ ਸਾਡੀ ਬੋਲੀ ਦੇ ਆ। ਲੇਕਿਨ ਵਚਨ ਦੇ ਵਿੱਚ ਜਿਹੜੀ ਚੀਜ਼ ਲਿਖੀ ਆ ਕਿ ਉਹ ਆਪਣਿਆਂ ਦੇ ਕੋਲ ਆਇਆ, ਆਪਣਿਆਂ ਨੇ ਉਸ ਨੂੰ ਸਵੀਕਾਰ ਨਹੀਂ ਕੀਤਾ। ਆਪਣਿਆਂ ਨੇ ਉਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਪਰ ਜਿਨ੍ਹਾਂ ਨੇ ਉਸ ਨੂੰ ਸਵੀਕਾਰ ਕੀਤਾ ਉਹਨਾਂ ਨੂੰ ਉਸਨੇ ਪਰਮੇਸ਼ਵਰ ਦੀ ਸੰਤਾਨ ਹੋਣ ਦਾ ਅਧਿਕਾਰ ਦੇ ਦਿੱਤਾ। ਜੋ ਮਰਜ਼ੀ ਅਸੀਂ ਕਹਿ ਲਈਏ, ਇਹ ਗੱਲ ਅਸੀਂ ਮੰਨਣ ਦੇ ਲਈ ਹਰੇਕ ਪਾਸੇ ਤਿਆਰ ਹੁੰਦੇ ਹਾਂ ਕਿ ਇਨਸਾਨ ਦੇ ਕੋਲ ਜੋ ਕੁਛ ਮਰਜ਼ੀ ਹੋਵੇ, ਬਰਕਤ ਹਮੇਸ਼ਾ ਪਰਮੇਸ਼ਵਰ ਦੀ ਹੁੰਦੀ ਆ। ਆਮੇਨ। ਮੇਰੀ ਗੱਲ ਸਹੀ ਕਿ ਨਹੀਂ? ਬਰਕਤ ਹਮੇਸ਼ਾ ਪਰਮੇਸ਼ਵਰ ਦੀ ਹੁੰਦੀ ਆ। ਧਿਆਨ ਦੇ ਨਾਲ ਦੇਖੋ ਕਿ ਜਿਨ੍ਹਾਂ ਲੋਕਾਂ ਨੇ ਉਸ ਨੂੰ ਸਵੀਕਾਰ ਕੀਤਾ, ਉਹਨਾਂ ਦੇ ਕੋਲ ਬਰਕਤ ਕਿੰਨੀ ਆ ਕਿ ਅੱਜ ਅਸੀਂ ਉਹਨਾਂ ਦੇ ਮੁਲਕ ਦੇ ਵਿੱਚ ਆ ਕੇ ਉਸ ਬਰਕਤ ਤੋਂ ਆਨੰਦ ਲੈ ਰਹੇ ਹਾਂ। ਉਹ ਸਾਡੇ ਕੋਲ ਆਇਆ, ਅਸੀਂ ਨਾ ਕਰ ਦਿੱਤੀ। ਜਿਨ੍ਹਾਂ ਨੇ ਸਵੀਕਾਰ ਕੀਤਾ ਉਹ ਸਾਰੀ ਬਰਕਤ ਦੇ ਮਾਲਕ ਬਣ ਕੇ ਬੈਠ ਗਏ, ਔਰ ਅਸੀਂ ਉੱਥੇ ਹੀ ਰਹਿ ਗਏ ਜਿੱਥੇ ਅਸੀਂ ਸੀ। ਔਰ ਅੱਜ ਉਹਨਾਂ ਦੇ ਕੋਲ ਆ ਕੇ ਮੁੜ ਕੇ ਬਰਕਤ ਪ੍ਰਾਪਤ ਕਰਦੇ ਪਏ ਹਾਂ। ਉਹਨਾਂ ਦੀ ਬਰਕਤ ਚੋਂ ਬਰਕਤ ਪ੍ਰਾਪਤ ਕਰਦੇ ਪਏ। ਮੇਰੀ ਬੇਨਤੀ ਤੁਹਾਡੇ ਅੱਗੇ ਇਹ ਆ ਕਿ ਉਸ ਯਿਸੂ ਨੂੰ ਜਾਣੋ ਜੋ ਬੈਤਲਹਮ 'ਚ ਪੈਦਾ ਹੋਇਆ, ਜੋ ਅਸਲ 'ਚ ਸਾਡਾ ਯਿਸੂ ਆ, ਜੋ ਸਾਡੇ ਲਈ ਆਇਆ। ਔਰ ਜਿਹੜੇ ਉਸਦੇ ਆਪਣੇ ਸ਼ਬਦ ਆ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ, ਜਿਸ ਲਈ ਯਿਸੂ ਨੇ ਕਿਹਾ ਕਿ ਮੈਂ ਕਿਉਂ ਆਇਆ। ਜਿਸ ਲਈ ਪ੍ਰਭੂ ਯਿਸੂ ਦੀ ਉਮਰ 31 ਸਾਲ ਦੀ ਹੋਈ ਤਾਂ ਉਹ ਮੰਦਰ ਦੇ ਵਿੱਚ ਗਏ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਵਚਨ ਦਾ ਕਿਹੜਾ ਹਿੱਸਾ ਤੂੰ ਆਪਣੇ ਲਈ ਪੜ੍ਹੇਂਗਾ। ਵਚਨ ਦਾ ਇਹ ਹਿੱਸਾ ਪ੍ਰਭੂ ਯਿਸੂ ਨੇ ਪੜ੍ਹਿਆ ਕਿ ਪ੍ਰਭੂ ਪਰਮੇਸ਼ਵਰ ਦਾ ਆਤਮਾ ਮੇਰੇ ਉੱਤੇ ਹੈ, ਉਸਨੇ ਮੇਰਾ ਅਭਿਸ਼ੇਕ ਕੀਤਾ ਹੈ ਕਿ ਮੈਂ ਗਰੀਬਾਂ ਨੂੰ ਸ਼ੁਭ ਸਮਾਚਾਰ ਸੁਣਾਵਾਂ। ਉਸਨੇ ਮੈਨੂੰ ਘੱਲਿਆ ਹੈ ਕਿ ਮੈਂ ਜ਼ਖਮੀ ਦਿਲਾਂ ਵਾਲਿਆਂ ਨੂੰ ਚੰਗਾ ਕਰਾਂ ਅਤੇ ਬੰਦੀਆਂ ਨੂੰ ਮੁਕਤੀ ਦੇਵਾਂ, ਪੀੜਤਾਂ ਨੂੰ ਸੁਤੰਤਰ ਕਰਾਂ। ਉਸਨੇ ਮੈਨੂੰ ਘੱਲਿਆ ਹੈ ਕਿ ਮੈਂ ਉਸ ਸਮੇਂ ਦੀ ਮਨਾਦੀ ਕਰਾਂ ਜਦੋਂ ਪ੍ਰਭੂ ਆਪਣੇ ਲੋਕਾਂ ਨੂੰ ਛੁਟਕਾਰਾ ਦੇਵੇਗਾ ਅਤੇ ਉਹਨਾਂ ਦੇ ਵੈਰੀਆਂ ਨੂੰ ਹਰਾਵੇਗਾ। ਉਸਨੇ ਮੈਨੂੰ ਘੱਲਿਆ ਹੈ ਕਿ ਮੈਂ ਉਹਨਾਂ ਸਭ ਲੋਕਾਂ ਨੂੰ ਤਸੱਲੀ ਦੇਵਾਂ ਜੋ ਸੋਗ ਕਰਦੇ ਹਨ। ਉਸਨੇ ਮੈਨੂੰ ਘੱਲਿਆ ਹੈ ਕਿ ਮੈਂ ਸਿਯੋਨ ਦੇ ਵਿੱਚ ਸੋਗ ਕਰਨ ਵਾਲਿਆਂ ਨੂੰ ਦੁੱਖ ਦੀ ਥਾਂ ਖੁਸ਼ੀ ਦੇਵਾਂ, ਵੈਣ ਦੀ ਥਾਂ ਮਹਿਮਾ ਦਾ ਗੀਤ ਦੇਵਾਂ। ਉਹ ਉਹਨਾਂ ਰੁੱਖਾਂ ਦੇ ਵਾਂਗ ਹੋਣਗੇ ਜਿਨ੍ਹਾਂ ਨੂੰ ਪ੍ਰਭੂ ਨੇ ਆਪ ਬੀਜਿਆ ਹੋਵੇਗਾ। ਉਹ ਭਲੇ ਕੰਮ ਕਰਨਗੇ ਜਿਨ੍ਹਾਂ ਦੇ ਦੁਆਰਾ ਪ੍ਰਭੂ ਦੀ ਮਹਿਮਾ ਹੋਵੇਗੀ। ਤੁਸੀਂ ਪ੍ਰਭੂ ਦੇ ਪੁਰੋਹਿਤ ਕਰਕੇ ਜਾਣੇ ਜਾਵੋਗੇ ਅਤੇ ਲੋਕ ਤੁਹਾਨੂੰ ਪਰਮੇਸ਼ਵਰ ਦੇ ਦਾਸ ਕਹਿ ਕੇ ਸੱਦਣਗੇ। ਤੁਸੀਂ ਕੌਮਾਂ ਦੀ ਸੰਪત્ਤੀ ਉੱਤੇ ਅਧਿਕਾਰ ਕਰੋਗੇ ਅਤੇ ਮਾਣ ਕਰੋਗੇ ਕਿ ਉਹ ਤੁਹਾਡੀ ਹੈ। ਯਰੂਸ਼ਲਮ ਪ੍ਰਭੂ ਦੇ ਕੀਤੇ ਕੰਮ ਨੂੰ ਦੇਖ ਕੇ ਖੁਸ਼ ਹੈ। ਉਹ ਵਿਆਹ ਦੇ ਲਈ
ਤਿਆਰ ਕੀਤੀ ਹੋਈ ਦੁਲਹਨ ਦੇ ਵਾਂਗ ਹੈ, ਕਿਉਂਕਿ ਪਰਮੇਸ਼ਵਰ ਨੇ ਉਸ ਨੂੰ ਮੁਕਤੀ ਦੀ ਜਿੱਤ ਦੇ ਕੱਪੜੇ ਪਹਿਨਾਏ ਹਨ। ਇਹ ਕਹਿ ਕੇ ਪ੍ਰਭੂ ਯਿਸੂ ਮਸੀਹ ਨੇ ਕਿਤਾਬ ਬੰਦ ਕਰਕੇ ਵਾਪਸ ਉਹਨਾਂ ਨੂੰ ਦੇ ਦਿੱਤੀ ਔਰ ਕਿਹਾ, ਇਹ ਸਭ ਕੁਝ ਅੱਜ ਮੇਰੇ ਵਿੱਚ ਪੂਰਾ ਹੋਇਆ। ਤੁਹਾਡੇ ਦਿਲ ਦੀ ਹਾਲਤ ਕੀ ਆ? ਤੁਹਾਡੇ ਮਨ ਦੀ ਹਾਲਤ ਕੀ? ਤੁਹਾਡੇ ਘਰ ਦੀ ਹਾਲਤ ਕੀ ਆ? ਯਿਸੂ ਮਸੀਹ ਉਹ ਰਿਸ਼ਤਾ ਤੁਹਾਡੇ ਨਾਲ ਰੱਖਣ ਦੇ ਲਈ ਆਇਆ। ਉਹ ਰਿਸ਼ਤਾ ਉਹ ਮੇਰੇ ਨਾਲ ਰੱਖਣਾ ਮੰਗਦਾ, ਉਹ ਰਿਸ਼ਤਾ ਉਹ ਮੈਨੂੰ ਦੇਣਾ ਮੰਗਦਾ। ਕੀ ਸੱਚਮੁੱਚ ਇਹ ਮੈਰੀ ਕ੍ਰਿਸਮਸ ਆ ਜਾਂ ਸਿਰਫ ਮੈਰੀ ਕ੍ਰਿਸਮਸ ਤੇ ਸ਼ਬਦ? ਮੈਰੀ ਕ੍ਰਿਸਮਸ ਤੇ ਤਾਂ ਆ ਕਿ ਜੇ ਤੁਸੀਂ ਕਹੋ ਕਿ ਪ੍ਰਭੂ ਆ ਜੋ ਤੂੰ ਲੈ ਕੇ ਆਇਆ, ਮੈਨੂੰ ਇਸ ਦੀ ਲੋੜ ਆ ਔਰ ਤੂੰ ਮੈਨੂੰ ਇਹ ਦੇ ਦੇ। ਮੈਂ ਤੇਰੇ ਘਰ ਆਇਆ, ਤੂੰ ਇਹ ਮੈਨੂੰ ਦੇ ਦੇ। ਮੈਂ ਇਸ ਨੂੰ ਸਵੀਕਾਰ ਕਰਦਾ, ਕਿਉਂਕਿ ਜਿਨ੍ਹਾਂ ਨੇ ਸਵੀਕਾਰ ਕੀਤਾ ਉਹਨਾਂ ਨੂੰ ਉਸਨੇ ਪਰਮੇਸ਼ਵਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ। ਅਸੀਂ ਇੱਕ ਵੇਲੇ 2000 ਸਾਲ ਬਾਅਦ ਪਹਿਲਾਂ ਅਸੀਂ ਕਹਿਤਾ ਸੀ ਸਾਨੂੰ ਇਸ ਦੀ ਲੋੜ ਨਹੀਂ, ਸਾਡੇ ਕੋਲ ਬਹੁਤ ਕੁਛ ਆ, ਸਾਡੇ ਕੋਲ, ਸਾਨੂੰ ਤੇਰੀ ਜ਼ਰੂਰਤ ਨਹੀਂ। ਔਰ ਜਿਨ੍ਹਾਂ ਦੇ ਦੇਸ਼ ਦੇ ਵਿੱਚ ਅਸੀਂ ਬੈਠੇ ਹਾਂ, ਇਹ ਪੱਥਰਾਂ ਦੀਆਂ ਗੁਫਾਵਾਂ 'ਚ ਰਹਿੰਦੇ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ। ਇਹਨਾਂ 'ਚੋਂ ਅੱਧੇ ਕੱਚਾ ਮਾਸ ਖਾਂਦੇ ਹੁੰਦੇ ਸੀ ਉਹਨਾਂ ਦਿਨਾਂ 'ਚ। ਇਹਨਾਂ ਨੇ ਕਿਹਾ ਕਿ ਨਹੀਂ, ਤੂੰ, ਅਸੀਂ ਤੈਨੂੰ ਆਪਣੀ ਜ਼ਿੰਦਗੀ 'ਚ ਲੈਂਦੇ ਹਾਂ। ਉਸਨੇ ਇਹਨਾਂ ਨੂੰ ਪਰਮੇਸ਼ਵਰ ਦੀ ਸੰਤਾਨ ਬਣਾਤਾ। ਔਰ ਕੀ, ਜਿਸ ਤਰ੍ਹਾਂ ਵਚਨ 'ਚ ਲਿਖਿਆ ਕਿ ਤੁਸੀਂ ਕੌਮਾਂ ਦੀ ਸੰਪत्ति ਦੇ ਉੱਤੇ ਅਧਿਕਾਰ ਕਰੋਗੇ। ਅਸੀਂ ਕਹਿੰਦੇ ਇਹ ਸਾਡਾ ਦੇਸ਼ ਖਾਲੀ ਕਰਕੇ ਆ ਗਏ। ਇਹਨਾਂ ਨੇ ਨਹੀਂ ਕੀਤਾ, ਪਰਮੇਸ਼ਵਰ ਨੇ ਹੋ ਲੈਣ ਦਿੱਤਾ। ਜਿੰਨੀ ਦੇਰ ਤੱਕ ਕੋਈ ਚੀਜ਼ ਹੋ ਨਾ ਲੈਣ ਦੇਵੇ, ਕੋਈ ਨਹੀਂ ਕਰ ਸਕਦਾ, ਕੋਈ ਨਹੀਂ ਕਰ ਸਕਦਾ। ਇਹਨਾਂ ਮੌਕਿਆਂ ਤੇ ਸਾਡੇ ਕੋਲ ਇੱਕ ਮੌਕਾ ਹੁੰਦਾ ਕਿ ਅਸੀਂ ਯਿਸੂ ਜੋ ਅਸਲ 'ਚ ਸਾਡਾ ਆ, ਉਸ ਨੂੰ ਆਪਣੀ ਜ਼ਿੰਦਗੀ 'ਚ ਲਈਏ। ਕਿ ਪ੍ਰਭੂ ਤੇਰਾ ਸ਼ੁਕਰ ਆ, ਸਾਡੇ ਬਜ਼ੁਰਗਾਂ ਨੇ ਤਾਂ ਕਹਿਤਾ ਸੀ ਕਿ ਨਹੀਂ ਸਾਨੂੰ ਨਹੀਂ ਚਾਹੀਦਾ, ਪਰ ਅੱਜ ਮੈਂ ਤੈਨੂੰ ਆਪਣੀ ਜ਼ਿੰਦਗੀ 'ਚ ਲੈਣਾ, ਅੱਜ ਮੈਂ ਤੈਨੂੰ ਆਪਣੀ ਜ਼ਿੰਦਗੀ 'ਚ ਲੈਣਾ। ਬਹੁਤ ਛੋਟੀ ਦੁਆ ਆ, ਪ੍ਰਭੂ ਯਿਸੂ ਮੈਂ ਤੈਨੂੰ ਜਾਣਦਾ ਨਹੀਂ, ਅਗਰ ਚਾਹੋ ਤੁਸੀਂ ਮੇਰੇ ਪਿੱਛੇ ਪਿੱਛੇ ਬੋਲ ਸਕਦੇ ਆ, ਪ੍ਰਭੂ ਯਿਸੂ ਮੈਂ ਤੈਨੂੰ ਜਾਣਦਾ ਨਹੀਂ, ਪਰ ਮੈਂ ਚਾਹੁੰਦਾ ਤੂੰ ਮੇਰੀ ਜ਼ਿੰਦਗੀ 'ਚ ਆਏ ਔਰ ਮੇਰੇ ਪਾਪਾਂ ਨੂੰ ਮਾਫ ਕਰੇ ਔਰ ਮੈਨੂੰ ਸਿਖਾਏ ਕਿ ਤੂੰ ਅਸਲ 'ਚ ਹੈ ਕੌਣ, ਕਿਉਂਕਿ ਮੈਂ ਤੈਨੂੰ ਜਾਣਨਾ ਚਾਹੁੰਦਾ, ਮੈਂ ਤੇਰੇ 'ਚ ਵਧਣਾ ਚਾਹੁੰਦਾ। ਮਸੀਹ ਦੇ ਨਾਮ 'ਚ ਆਮੀਨ। ਅਗਰ ਤੁਸੀਂ ਇਹ ਦੁਆ ਕੀਤੀ ਆ ਔਰ ਤੁਸੀਂ ਯਿਸੂ ਦੇ ਬਾਰੇ ਹੋਰ ਜਾਣਨਾ ਚਾਹੁੰਦੇ ਆ, ਤੇ ਜਿਸ ਲਈ ਅਸੀਂ ਇੱਥੋਂ ਜਾਵਾਂਗੇ ਤਾਂ ਟੇਬਲ ਦੇ ਉੱਤੇ ਇੱਕ ਸ਼ੀਟ ਪਈ ਆ, ਇੱਥੇ ਮੋਹਰੇ ਵੀ ਸ਼ੀਟਾਂ ਪਈਆਂ। ਅਗਰ ਤੁਸੀਂ ਇੱਥੇ ਮੋਹਰੇ ਆ ਕੇ ਨਹੀਂ ਭਰਨਾ ਮੰਗਦੇ, ਤੁਸੀਂ ਉਸ ਟੇਬਲ ਤੇ ਆਪਣਾ ਨਾਮ ਲਿਖ ਸਕਦੇ ਆ। ਅਗਰ ਤੁਸੀਂ ਹੋਰ ਯਿਸੂ ਦੇ ਬਾਰੇ ਜਾਣਨਾ ਮੰਗਦੇ ਕਿ ਉਹ ਹੈ ਕੌਣ, ਯਿਸੂ ਹੈ ਕੌਣ, ਉਹ ਕੌਣ ਆ ਜਿਹੜਾ ਆਪਣੇ ਆਪ ਨੂੰ ਖਾਲੀ ਕਰਕੇ ਇਸ ਧਰਤੀ ਤੇ ਆਇਆ, ਉਹ ਕੌਣ ਆ ਜਿਹੜਾ ਜਿਸਨੇ ਸਲੀਬ ਤੇ ਆਪਣੀ ਜਾਨ ਦਿੱਤੀ। ਕਦੀ isn't that amazing ਕਿ ਮੌਤ ਦੇ ਨਿਸ਼ਾਨ ਨੂੰ ਉੱਚਾ ਚੁੱਕਿਆ ਜਾਏ। It's crazy, it's stupid actually। ਕਦੀ ਕਿਸੇ ਨੇ ਮੌਤ ਦਾ ਨਿਸ਼ਾਨ ਵੀ ਏਦਾਂ ਉੱਚਾ ਚੁੱਕਿਆ?
ਮੌਤ ਦਾ ਨਿਸ਼ਾਨ ਉੱਚਾ ਚੁੱਕਿਆ ਆ, ਕਿਉਂਕਿ ਇੱਥੇ ਪਾਪ ਦੀ ਮੌਤ ਹੋਈ ਸੀ, ਇੱਥੇ ਪਾਪ ਨੂੰ ਮੌਤ ਦਿੱਤੀ ਗਈ ਸੀ। ਔਰ ਜਿਹੜੇ ਆਪਣਾ ਪਾਪ ਸਵੀਕਾਰ ਕਰਦੇ ਆ ਉਹਨਾਂ ਦਾ ਪਾਪ ਇੱਥੇ ਰੱਖ ਦਿੱਤਾ ਜਾਂਦਾ। ਦੋ ਚੋਇਸਿਸ ਆ, ਉਹ ਸੜੀ ਹੋਈ ਲੋਥ ਜਿਹੜੀ ਪਿੱਛੇ ਚੁੱਕੀ ਹੋਈ, ਜਿਸ ਨੂੰ ਕੋਈ ਨਹੀਂ ਦੇਖਦਾ ਪਿਆ ਸਿਵਾਏ ਮੇਰੇ, ਉਸ ਨੂੰ ਜਾਂ ਅਸੀਂ ਇੱਥੇ ਪਾਪ ਭਰੇ ਨੂੰ ਰੱਖ ਕੇ ਜਾ ਸਕਦੇ ਹਾਂ, ਜਾਂ ਵਾਪਸ ਨਾਲ ਲੈ ਕੇ ਜਾ ਸਕਦੇ ਹਾਂ, ਪਰ ਉਸ ਨੂੰ ਲਏਗਾ ਕੋਈ ਨਹੀਂ, ਉਸ ਨੂੰ ਕੋਈ ਨਹੀਂ ਲਏਗਾ। ਯਸੂ ਉਸ ਨੂੰ ਮੰਗਦਾ ਪਿਆ, ਇਸ ਕਰਕੇ ਉਹ ਆਇਆ। ਆਓ ਖੜੇ ਹੋਈਏ, ਦੁਆ ਕਰੀਏ ਔਰ ਪ੍ਰਭੂ ਦੇ ਨਾਮ ਨੂੰ ਧੰਨ ਕਹੀਏ। ਅਗਰ ਤੁਹਾਨੂੰ ਦੁਆ ਦੀ ਜ਼ਰੂਰਤ ਆ, ਅਗਰ ਤੁਸੀਂ ਮੰਗਦੇ ਕਿ ਅਸੀਂ ਤੁਹਾਡੇ ਲਈ ਦੁਆ ਕਰਦੇ ਰਹੀਏ, ਤੇ ਇੱਥੇ ਸਾਹਮਣੇ ਆ ਸਾਡਾ ਦੁਆ ਦਾ ਬਕਸਾ ਪਿਆ, ਇੱਥੇ ਆ ਕੇ ਤੁਸੀਂ ਆਪਣੀ ਦੁਆ ਲਿਖ ਕੇ ਪਾ ਸਕਦੇ ਆ। ਜਾਂ ਤੁਸੀਂ ਜਿਸ ਵੇਲੇ ਅਸੀਂ ਖਾਣਾ ਖਾਣ ਦੇ ਲਈ ਜਾਵਾਂਗੇ, ਉਧਰ ਪਿੱਛੇ ਵੀ ਸਾਡੇ ਜਿਹੜੇ ਪੂਰੀ ਦੀ ਪੂਰੀ ਸ਼ੀਟ ਪਈ ਆ, ਜਿੱਥੇ ਤੁਸੀਂ ਆਪਣਾ ਨਾਮ ਨੰਬਰ ਲਿਖ ਸਕਦੇ ਆ। ਔਰ ਸਾਡੀ ਜਿਹੜੀ ਵੈਬਸਾਈਟ ਉਸ ਦਾ ਉੱਪਰ ਆ ਰਿਹਾ, ਸਾਡੀ ਸੰਡੇ ਦੀ ਸਰਵਿਸ 10:30 ਤੋਂ ਲੈ ਕੇ 12:30 ਤਾਈਂ ਇਸੇ ਚਰਚ ਦੇ ਵਿੱਚ ਹਰ ਸੰਡੇ ਹੁੰਦੀ ਆ। ਤੁਸੀਂ ਇੱਥੇ ਆ ਸਕਦੇ ਆ ਔਰ ਸਾਡੇ ਨਾਲ ਪ੍ਰਭੂ ਦੇ ਨਾਮ ਨੂੰ ਮਿਲ ਕੇ ਉੱਚਾ ਕਰ ਸਕਦੇ ਆ। ਲੈਟ ਅਸ ਪ੍ਰੇ, ਆਓ ਦੁਆ ਕਰੀਏ। ਔਰ ਅਗਰ ਤੁਸੀਂ ਚਾਹੁੰਦੇ ਕਿ ਮੇਰੇ ਲਈ ਅੱਜ ਦੁਆ ਕੀਤੀ ਜਾਏ, ਤੁਸੀਂ ਮੈਨੂੰ ਮਿਲ ਸਕਦੇ ਆ, ਮੇਰੀ ਵਾਈਫ ਪਿੱਛੇ ਖੜੇ ਆ ਉਹਨਾਂ ਨੂੰ ਮਿਲ ਸਕਦੇ ਆ, ਪਾਸਟਰ ਸਿਲਵਸਟੀਨਾ ਪਿੱਛੇ ਖੜੇ ਆ, ਉਹ ਵੀ ਅੱਗੇ ਆ ਜਾਣਗੇ, ਉਹਨਾਂ ਦੇ ਨਾਲ ਬੈਠ ਕੇ ਤੁਸੀਂ ਦੁਆ ਕਰ ਸਕਦੇ ਆ ਅਗਰ ਤੁਹਾਨੂੰ ਦੁਆ ਦੀ ਜ਼ਰੂਰਤ ਆ। ਖਾਣਾ ਖਾਵਾਂਗੇ ਔਰ ਇਸ ਵੱਡੇ ਦਿਨ ਦੀ ਖੁਸ਼ੀ ਮਨਾਵਾਂਗੇ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ। ਅਗਰ ਕਿਸੇ ਜਨ ਦੇ ਦਿਲ ਦੇ ਵਿੱਚ ਤੂੰ ਪਾਇਆ ਪ੍ਰਭੂ ਜੀ ਕਿ ਉਹ ਤੈਨੂੰ ਜਾਣਨਾ ਮੰਗਦਾ, ਤੇ ਉਹ ਅੱਜ ਤੈਨੂੰ ਜਾਣ ਕੇ ਜਾਏ, ਤੈਨੂੰ ਪਹਿਚਾਣ ਕੇ ਜਾਏ ਕਿ ਤੂੰ ਹੈ ਕੌਣ। ਇਹ ਨਾ ਜਾਣੇ ਕਿ ਤੂੰ ਗੋਰਿਆਂ ਦਾ ਗੁਰੂ ਆ, ਪਰ ਇਹ ਜਾਣੇ ਕਿ ਗੋਰੇ ਸੱਚਮੁੱਚ ਅਗਰ ਕੁਛ ਚੋਰੀ ਕਰਕੇ ਸਾਡੇ ਤੋਂ ਲੈ ਆਏ ਤਾਂ ਤੈਨੂੰ ਚੋਰੀ ਕਰਕੇ ਲੈ ਆਏ, ਕਿਉਂਕਿ ਜਿੱਥੇ ਤੂੰ ਹੁੰਨਾ ਖਜ਼ਾਨੇ ਤਾਂ ਪ੍ਰਭੂ ਜੀ ਤੈਨੂੰ ਫੋਲੋ ਕਰਦੇ ਆ, ਤੇਰੇ ਨਾਲ ਨਾਲ ਚੱਲਦੇ ਆ। ਤੇਰਾ ਸ਼ੁਕਰ ਕਰਦੇ ਆ ਇਸ ਸਮੇਂ ਦੇ ਲਈ ਜੋ ਤੂੰ ਸਾਨੂੰ ਬਖਸ਼ਿਆ। ਬਾਕੀ ਦਾ ਸਮਾਂ ਤੂੰ ਸਾਡੇ ਨਾਲ ਬਣਿਆ ਰਹੀਂ, ਮਸੀਹ ਯਸੂ ਦੇ ਨਾਮ 'ਚ ਆਮੀਨ।